DRG Kids। कहानी अनोखा परिवार। एक ਪਿੰਡ ਸੀ ਮਹੇਸ਼ਮਤੀ। ਉੱਥੇ ਇੱਕ ਪਰਿਵਾਰ ਰਹਿੰਦਾ ਸੀ ਜਿਹਦੇ ਵਿੱਚ 3 ਵਿਆਹੇ ਹੋਏ ਜੋੜੇ ਰਹਿੰਦੇ ਸੀ। ਇਸ ਪਰਿਵਾਰ ਦੇ ਵਿੱਚ ਤਿੰਨਾਂ ਨੂੰਹਾਂ ਕਰਕੇ ਬੜੀ ਏਕਤਾ ਸੀ, ਪਰ ਤਿੰਨਾਂ ਭਰਾਵਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਸੀ। ਇਸੇ ਗੱਲ ਕਰਕੇ ਪੂਰਾ ਪਰਿਵਾਰ ਦੁਖੀ ਸੀ। ਇੱਕ ਦਿਨ ਸੱਸ ਨੇ ਤਿੰਨਾਂ ਨੂੰਹਾਂ ਨੂੰ ਬੁਲਾ ਕੇ ਕਿਹਾ, ਧੀਓ, ਤੁਸੀਂ ਤਿੰਨੇ ਹੀ ਜਾਣਦੀਆਂ ਹੋ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਆਪਣੀ ਸਕੀ ਧੀ ਦੀ ਤਰ੍ਹਾਂ ਸਮਝਿਆ ਤੇ ਇਸ ਪਰਿਵਾਰ ਨੂੰ ਹੁਣ ਤੱਕ ਇਕਜੁੱਟ ਕਰਕੇ ਰੱਖਿਆ ਹੈ। ਪਰ ਹੁਣ ਇਸ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤੁਹਾਡੀ ਤਿੰਨਾਂ ਦੀ ਹੈ। ਜੀ ਮਾਂ ਜੀ, ਅਸੀਂ ਤੁਹਾਡੀ ਗੱਲ ਸਮਝ ਗਏ ਹਾਂ ਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਧੀਓ, ਤੁਹਾਨੂੰ ਤੇ ਪਤਾ ਹੀ ਹੈ ਕਿ ਤਿੰਨਾਂ ਭਰਾਵਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ। ਤਾਂ ਮੈਂ ਚਾਹਨਾ ਕਿ ਤੁਸੀਂ ਤਿੰਨੋਂ ਹੀ ਮਿਲकर ਕੁਝ ਇੰਜ ਕਰੋ ਕਿ ਬਿਨਾਂ 3 ਭਰਾ ਦੁਬਾਰਾ ਇਕੱਠੇ ਹੋ ਜਾਣ। ਪੁੱਤਰ, ਮੈਂ ਤੇ ਤਿੰਨਾਂ ਭਰਾਵਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਆਪਸੀ ਨਾਰਾਜ਼ਗੀ ਤੇ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਪਰਿਵਾਰ ਦੁਬਾਰਾ ਆਪਸ ਵਿੱਚ ਹੱਸੇ ਖੇਡੇ ਖੁਸ਼ਹਾਲ ਹੋ ਜਾਵੇ। ਮੈਂ ਵੀ ਇਹੀ ਚਾਹੁੰਨਾ। ਇਸ ਉਮਰ ਵਿੱਚ ਆਪਣੇ ਜਵਾਨ ਬੱਚਿਆਂ ਨੂੰ ਆਪਸ ਵਿੱਚ ਲੜਦੇ ਝਗੜਦੇ ਵੇਖ ਮੇਰਾ ਜੀ ਨਹੀਂ ਮੰਨਦਾ। ਪਤਾ ਨਹੀਂ ਤਿੰਨਾਂ ਵਿੱਚ ਇਹੋ ਜਿਹੀ ਕਿਹੜੀ ਗੱਲ ਹੋ ਗਈ। ਬਚਪਨ ਵਿੱਚ ਤੇ ਇਹਨਾਂ ਦਾ ਆਪਸ ਵਿੱਚ ਬੜਾ ਹੀ ਪਿਆਰ ਸੀ। ਮੇਰਾ ਦਿਲ ਕਹਿੰਦਾ ਹੈ ਉਹ ਪਿਆਰ ਇਹਨਾਂ ਵਿੱਚ ਹਜੇ ਵੀ ਹੈ, ਪਰ ਸ਼ਾਇਦ ਉਹਨਾਂ ਦੇ ਦਿਲਾਂ ਵਿੱਚ ਕੋਈ ਐਸੀ ਗੱਲ ਹੈ ਜਿਹਦਾ ਸਾਹਮਣੇ ਆਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਦੋਂ ਤੱਕ ਉਹ ਆਪਣੇ ਦਿਲ ਦੀ ਗੱਲ ਇੱਕ ਦੂਜੇ ਨੂੰ ਖੁੱਲ੍ਹ ਕੇ ਨਹੀਂ ਕਹਿੰਦੇ, ਉਦੋਂ ਤੱਕ ਉਹਨਾਂ ਵਿੱਚ ਝਗੜੇ ਹੁੰਦੇ ਹੀ ਰਹਿਣਗੇ। ਜੀ ਮਾਂ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੁਸੀਂ ਤੇ ਬਾਊ ਜੀ ਫਿਕਰ ਨਾ ਕਰੋ, ਅਸੀਂ ਕੁਝ ਕਰਦੇ ਹਾਂ। ਤਿੰਨਾਂ ਨੂੰਹਾਂ ਥੋੜੀ ਦੇਰ ਵਿੱਚ ਰਸੋਈ ਵਿੱਚ ਖੜੀਆਂ ਚੁੱਪਚਾਪ ਕੁਝ ਸੋਚਦੀਆਂ ਨੇ। ਮਾਂ ਜੀ ਤੇ ਬਾਊ ਜੀ ਦੀ ਚਿੰਤਾ ਜਾਇਜ਼ ਹੈ। ਤਿੰਨਾਂ ਭਰਾਵਾਂ 'ਚ ਕੜਵਾਹਟ ਵੱਧ ਰਹੀ ਹੈ, ਸਾਨੂੰ ਕੁਝ ਕਰਨਾ ਪਏਗਾ। ਹਾਂ ਦੀਦੀ, ਤੁਸੀਂ ਬਿਲਕੁਲ ਠੀਕ ਕਿਹਾ। ਮੈਨੂੰ ਵੀ ਉਹਨਾਂ ਨੂੰ ਲੜਦੇ ਵੇਖ ਕੇ ਚੰਗਾ ਨਹੀਂ ਲੱਗਦਾ। ਪਰ ਦੀਦੀ, ਅਸੀਂ ਕਰ ਵੀ ਕੀ ਸਕਦੇ ਹਾਂ? ਤਿੰਨੇ ਕੁਝ ਸੋਚਦੀਆਂ ਨੇ। ਦੀਦੀ, ਮੇਰੇ ਕੋਲ ਇੱਕ ਤਰਕੀਬ ਹੈ। ਹਾਂ, ਦੱਸ ਨਾ ਰਾਧਾ। ਹਾਂ, ਛੇਤੀ ਦੱਸ ਸਾਨੂੰ ਕੀ ਤਰਕੀਬ ਹੈ। ਕਿਉਂ ਨਾ ਅਸੀਂ ਤਿੰਨੋਂ ਭਰਾਵਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਉਹਨਾਂ ਨੂੰ ਆਪਣੇ ਮਨ ਦੀ ਗੱਲ ਸਾਂਝੀ ਕਰਨ ਲਈ ਕਹੀਏ। ਹਾਂ ਰਾਧਾ, ਤੇਰਾ ਇਹ ਸੁਝਾਅ ਚੰਗਾ ਤਾਂ ਹੈ, ਪਰ ਮਾਮਲਾ ਕਿਤੇ ਹੋਰ ਨਾ ਵਿਗੜ ਜਾਵੇ। ਪਰ ਦੀਦੀ, ਜਦ ਤੱਕ ਉਹ ਆਪਸ ਵਿੱਚ ਖੁੱਲ ਕੇ ਗੱਲ ਨਹੀਂ ਕਰ ਲੈਂਦੇ, ਉਦੋਂ ਤੱਕ ਤਿੰਨਾਂ ਭਰਾਵਾਂ ਵਿੱਚ ਝਗੜੇ ਹੁੰਦੇ ਹੀ ਰਹਿਣਗੇ ਤੇ ਘਰ ਵਿੱਚ ਕਲੇਸ਼ ਵੀ ਪਿਆ ਹੀ ਰਹੇਗਾ। ਜਦ ਤੱਕ ਉਹ ਆਪਸ ਵਿੱਚ ਸੁਲਾਹ ਨਹੀਂ ਕਰ ਲੈਂਦੇ, ਅਸੀਂ ਉਹਨਾਂ ਨੂੰ ਕਮਰੇ ਵਿੱਚੋਂ ਬਾਹਰ ਹੀ ਨਹੀਂ ਕੱਢਾਂਗੇ। ਦੀਦੀ, ਤਰਕੀਬ ਤੇ ਤੇਰੀ ਵਧੀਆ ਹੈ, ਪਰ ਉਹਨਾਂ ਤਿੰਨਾਂ ਨੂੰ ਇੱਕੋ ਕਮਰੇ ਵਿੱਚ ਭੇਜਾਂਗੇ ਕਿਵੇਂ? ਰਾਣੀ ਥੋੜੀ ਦੇਰ ਕੁਝ ਸੋਚਦੀ ਹੈ। ਮੈਂ ਰਾਕੇਸ਼ ਜੀ ਨੂੰ ਭੇਜ ਦਿਆਂਗੀ। ਰਮੇਸ਼ ਜੀ ਨੂੰ ਕਮਰੇ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ। ਉਹ ਮੇਰੀ ਗੱਲ ਨਹੀਂ ਟਾਲਣਗੇ। ਮੈਂ ਵੀ ਸੁਨੀਲ ਜੀ ਨੂੰ ਭੇਜ ਦਿਆਂਗੀ। ਸਾਨੂੰ ਇਹ ਕਰਨਾ ਹੀ ਪਏਗਾ। ਤਿੰਨੋਂ ਹੀ ਨੂੰਹਾਂ ਪੱਕਾ ਕਰ ਲੈਂਦੀਆਂ ਨੇ ਅਤੇ ਆਪਣੇ-ਆਪਣੇ ਕੰਮਾਂ ਵਿੱਚ ਲੱਗ ਜਾਂਦੀਆਂ ਨੇ। ਸੁਣੋ ਜੀ, ਮੈਂ ਗੋਦਾਮ ਵਿੱਚੋਂ ਥੋੜਾ ਜਿਹਾ ਸਾਮਾਨ ਲੈਣਾ ਹੈ ਤੇ ਤੁਸੀਂ ਮੇਰੇ ਨਾਲ ਚੱਲੋ। ਹਾਂ ਚੱਲ, ਮੈਂ ਤੇਰੀ ਮਦਦ ਕਰ ਦੇਣਾ। ਕਮਰੇ ਵਿੱਚ ਲੈ ਜਾ ਕੇ ਰਾਣੀ ਰਾਕੇਸ਼ ਨੂੰ ਕਮਰੇ ਦੇ ਅੰਦਰ ਬੰਦ ਕਰ ਦਿੰਦੀ ਹੈ। ਰਾਣੀ, ਇਹ ਕੀ ਕਰਦੀ ਪਈ ਹੈ? ਬੰਦ ਕਿਉਂ ਕਰਤਾ ਮੈਨੂੰ ਕਮਰੇ ਅੰਦਰ? ਦਰਵਾਜ਼ਾ ਖੋਲ। ਰਾਕੇਸ਼ ਜੀ, ਬਸ ਥੋੜੀ ਦੇਰ ਰੁਕੋ, ਮੈਂ ਹੁਣੇ ਬੂਹਾ ਖੋਲਦੀ ਹਾਂ। ਓਹੋ, ਜਲਦੀ ਦਰਵਾਜ਼ਾ ਖੋਲ ਰਾਣੀ। ਇਸੇ ਤਰ੍ਹਾਂ ਰਾਣੀ ਵਾਂਗੂ ਮਹਿਮਾ ਅਤੇ ਰਾਧਾ ਵੀ ਆਪਣੇ-ਆਪਣੇ ਪਤੀਆਂ ਨੂੰ ਆਪਣੇ ਤਰੀਕੇ ਨਾਲ ਕਮਰੇ ਦੇ ਅੰਦਰ ਬੰਦ ਕਰ ਦਿੰਦੀਆਂ ਨੇ। ਤਿੰਨੋਂ ਹੀ ਭਰਾ ਇੱਕ ਦੂਜੇ ਨੂੰ ਵੇਖਦੇ ਹੀ ਸਾਰੀ ਕਹਾਣੀ ਸਮਝ ਜਾਂਦੇ ਨੇ। ਉਦੋਂ ਹੀ ਦਰਵਾਜ਼ੇ ਦੇ ਹੇਠੋਂ ਇੱਕ ਚਿੱਠੀ ਅੰਦਰ ਆਉਂਦੀ ਹੈ। ਇਹ ਕੋਈ ਚਿੱਠੀ ਲੱਗਦੀ ਹੈ। ਹਾਂ, ਮੈਂ ਵੇਖਦਾ। ਕੀ ਲਿਖਿਆ ਇਹਦੇ ਅੰਦਰ? ਪੜ੍ਹ ਜ਼ਰਾ। ਅਸੀਂ ਤਿੰਨਾਂ ਨੇ ਤੁਹਾਨੂੰ ਇਸ ਕਮਰੇ ਵਿੱਚ ਬੰਦ ਕਰ ਦਿੱਤਾ ਹੈ ਤਾਂ ਕਿ ਤੁਸੀਂ ਆਪਸ ਵਿੱਚ ਗੱਲਬਾਤ ਕਰਕੇ ਸੁਲ੍ਹਾ ਸਾਫ਼ ਕਰ ਲਵੋ। ਸਾਰੇ ਇਹੀ ਚਾਹੁੰਦੇ ਨੇ। ਇਹ ਦਰਵਾਜ਼ਾ ਹੁਣ ਅਸੀਂ ਤਦੋਂ ਹੀ ਖੋਲਾਂਗੇ ਜਦੋਂ ਤੁਹਾਡੇ ਝਗੜੇ ਖਤਮ ਹੋ ਜਾਣਗੇ। ਚੰਗਾ ਇਹੀ ਹੋਵੇਗਾ ਕਿ ਆਪਸ ਵਿੱਚ ਸੁਲ੍ਹਾ ਸਫਾ ਕਰ ਲਵੋ। ਤਿੰਨੋਂ ਹੀ ਭਰਾ ਮਜਬੂਰੀ ਨਾਲ ਇੱਕ ਦੂਜੇ ਨਾਲ ਗੱਲ ਕਰਦੇ ਨੇ। ਅਸੀਂ ਆਪਣੀਆਂ ਵਹੁਟੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਉਹ ਤਿੰਨੋਂ ਸਾਨੂੰ ਉਦੋਂ ਤੱਕ ਬਾਹਰ ਨਹੀਂ ਕੱਢਣਗੀਆਂ ਜਦੋਂ ਤੱਕ ਅਸੀਂ ਨਾਰਾਜ਼ਗੀ ਦੂਰ ਨਹੀਂ ਕਰ ਲੈਂਦੇ। ਹਾਂ ਵੀਰ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਹਾਂ, ਮੈਨੂੰ ਇਹੀ ਲੱਗਦਾ ਹੈ ਕਿ ਹੁਣ ਤੱਕ ਸਾਡੇ ਭਰਾਵਾਂ ਵਿਚਕਾਰ ਜੋ ਵੀ ਗਿੱਲਾ ਸ਼ਿਕਵਾ ਸੀ, ਉਹਨੂੰ ਹੁਣ ਦੂਰ ਕਰ ਲੈਣਾ ਚਾਹੀਦਾ ਹੈ। ਆਖਿਰ ਕਦੋਂ ਤੱਕ ਅਸੀਂ ਬਾਕੀ ਘਰ ਵਾਲਿਆਂ ਨੂੰ ਦੁਖੀ ਕਰਦੇ ਰਵਾਂਗੇ?
ਮੈਂ ਆਪਣੇ ਕੰਮ ਵਿੱਚ ਜ਼ਿਆਦਾ ਰੁੱਝਿਆ ਰਹਿਣਾ, ਪਰ ਇਹਦਾ ਮਤਲਬ ਬਿਲਕੁਲ ਨਹੀਂ ਕਿ ਮੈਂ ਤੁਹਾਡੇ ਦੋਨਾਂ ਨਾਲ ਨਾਰਾਜ਼ ਹਾਂ। ਮੈਂ ਤੁਹਾਡੇ ਦੋਵਾਂ ਦੀ ਤਰੱਕੀ ਦੇਖ ਕੇ ਬੜਾ ਖੁਸ਼ ਹਾਂ, ਪਰ ਕਦੀ-ਕਦੀ ਮੈਨੂੰ ਆਪਣੇ ਕੰਮ ਦੇ ਕਾਰਨ ਗੁੱਸਾ ਆ ਜਾਂਦਾ ਹੈ ਤੇ ਉਹ ਤੁਹਾਡੇ ਦੋਵਾਂ ਤੇ ਨਿਕਲ ਜਾਂਦਾ ਹੈ। ਹਾਂ, ਮੈਂ ਵੀ ਆਪਣੇ ਕੰਮ ਦੇ ਕਰਕੇ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਪਾਉਂਦਾ ਤੇ ਸਾਨੂੰ ਇੱਕ ਦੂਜੇ ਨਾਲ ਗੱਲ ਨਾ ਕਰਦੇ ਹੋਏ ਵੇਖ ਕੇ ਸਾਡੇ ਗੁਆਂਢੀ ਸਾਨੂੰ ਝਗੜੇ ਦੇ ਲਈ ਉਕਸਾਉਂਦੇ ਨੇ। ਇਹੀ ਸਾਰੀ ਗੱਲ ਹੈ। ਉਹ ਹਾਂ ਵੀਰੇ, ਤੁਸੀਂ ਕਦੋਂ ਤੱਕ ਕੰਮ ਕਰਨ ਦਾ ਬਹਾਨਾ ਕਰਦੇ ਰਹੋਗੇ? ਕੀ ਮਤਲਬ? ਕੰਮ ਤੇ ਅਸੀਂ ਸਾਰੇ ਕਰਦੇ ਆਂ, ਬੌਜੀ ਵੀ ਕਰਦੇ ਸੀ, ਪਰ ਕੀ ਕੰਮ ਦਾ ਗੁੱਸਾ ਘਰ ਲੈ ਕੇ ਆਣਾ ਚੰਗੀ ਗੱਲ ਹੈ? ਤੁਹਾਡੇ ਆਪਣੇ ਕੰਮ ਦਾ ਗੁੱਸਾ ਘਰਦਿਆਂ ਉੱਤੇ ਕੱਢਣ ਕਰਕੇ ਪੂਰੇ ਘਰ ਦਾ ਮਾਹੌਲ ਹੀ ਵਿਗੜ ਜਾਂਦਾ ਹੈ। ਸਸਤੇ ਹੈ ਵੀਰ ਜੀ, ਤੁਹਾਡਾ ਆਪਣੇ ਗੁੱਸੇ ਉੱਤੇ ਵਸ ਨਹੀਂ ਚੱਲਦਾ ਪਿਆ। ਇਹ ਗੱਲ ਤਾਂ ਬਾਜੀ ਬਿਲਕੁਲ ਠੀਕ ਕਹੀ ਹੈ। ਵੀਰ ਜੀ ਬਚਪਨ ਵਿੱਚ ਤੇ ਕਦੇ ਵੀ ਇੰਨਾ ਗੁੱਸਾ ਨਹੀਂ ਕਰਦੇ ਸੀ, ਯਾਦ ਹੈ ਨਾ? ਬਚਪਨ ਵਿੱਚ ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਸੀ, ਮੈਂ ਕਦੇ ਨਹੀਂ ਭੁੱਲਾਂਗਾ। ਸ਼ਰਾਰਤ ਕਰਨ ਤੇ ਮੈਨੂੰ ਬਾਊ ਜੀ ਦੀ ਕੁੱਟ ਤੋਂ ਹਮੇਸ਼ਾ ਤੁਸੀਂ ਤਾਂ ਬਚਾਉਂਦੇ ਸੀ, ਐਸੇ ਕਰਕੇ ਮੈਨੂੰ ਕਦੇ ਵੀ ਬਾਊ ਜੀ ਦੀ ਕੁੱਟ ਨਹੀਂ ਪਈ। ਹਾਂ ਵੀਰ ਜੀ, ਅਸੀਂ ਦੋਵੇਂ ਤੁਹਾਨੂੰ ਵੇਖ ਕੇ ਤੁਹਾਡੇ ਕੋਲੋਂ ਸਿੱਖਦੇ ਹੀ ਤੇ ਇੰਨੇ ਵੱਡੇ ਹੋਏ ਨੇ, ਪਰ ਤੁਸੀਂ ਅਚਾਨਕ ਇੰਨਾ ਬਦਲ ਕਿਵੇਂ ਗਏ? ਤੁਸੀਂ ਠੀਕ ਕਹਿੰਦੇ ਹੋ, ਮੈਨੂੰ ਖੁਦ ਨਹੀਂ ਪਤਾ ਚੱਲਿਆ ਕਿ ਇੰਨਾ ਬਦਲ ਕਿਵੇਂ ਗਿਆ। ਬਚਪਨ ਤੋਂ ਹੀ ਜ਼ਿੰਮੇਵਾਰੀ ਉਠਾਉਣ ਦੀ ਆਦਤ ਪੈ ਗਈ। ਤੁਸੀਂ ਦੋਵੇਂ ਮੇਰੇ ਕਲੇਜੇ ਦੇ ਟੁਕੜੇ ਹੋ। ਮੈਂ ਤੁਹਾਡੀ ਜ਼ਿੰਦਗੀ ਵਿੱਚ ਕਦੀ ਕੋਈ ਤਕਲੀਫ ਨਹੀਂ ਦੇਖਣੀ ਚਾਹੁੰਦਾ ਸੀ। ਜ਼ਿੰਮੇਵਾਰੀਆਂ ਨਿਭਾਉਂਦੇ ਮੈਂ ਕਦੋਂ ਇੰਨਾ ਬਦਲ ਗਿਆ, ਪਤਾ ਹੀ ਨਹੀਂ ਚੱਲਿਆ। ਵੀਰ ਜੀ, ਹੁਣ ਅਸੀਂ ਨਿੱਕੇ ਜਵਾਕ ਨਹੀਂ ਰਹੇ, ਵੱਡੇ ਹੋ ਗਏ ਹਾਂ ਤੇ ਹੁਣ ਤੁਹਾਡੇ ਨਾਲ ਜ਼ਿੰਮੇਵਾਰੀਆਂ ਵਿੱਚ ਹੱਥ ਵਟਾਉਣ ਸਾਡਾ ਫਰਜ਼ ਬਣਦਾ ਹੈ, ਆਪਾਂ ਸਮਝਦੇ ਨੇ। ਹਾਂਜੀ ਵੀਰ ਜੀ, ਹੁਣ ਤੁਹਾਨੂੰ ਸੁੱਖ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ। ਜੇ ਅਸੀਂ ਮਿਲ ਜੁਲ ਕੇ ਕੰਮ ਨਹੀਂ ਕਰਨਗੇ ਤੇ ਕੋਈ ਖੁਸ਼ ਨਹੀਂ ਰਹਿ ਸਕੂਗਾ। ਪਰ ਮੈਂ ਤੁਹਾਡੇ ਦੋਵਾਂ ਤੇ ਕੰਮ ਦਾ ਬੋਝ ਨਹੀਂ ਪਾਉਣਾ ਚਾਹੁੰਦਾ। ਆਖਿਰ ਤੁਸੀਂ ਦੋਵੇਂ ਮੇਰੇ ਛੋਟੇ ਵੀਰ ਹੋ। ਵੀਰ ਜੀ, ਛੋਟੇ ਤਾਂ ਅਸੀਂ ਤੁਹਾਡੇ ਲਈ ਹਮੇਸ਼ਾ ਹੀ ਰਵਾਂਗੇ, ਪਰ ਘਰ ਦੇ ਕੰਮ ਦੀ ਜ਼ਿੰਮੇਵਾਰੀ ਨਿਭਾਉਣਾ ਸਾਡੇ ਦੋਵਾਂ ਦਾ ਵੀ ਤਾਂ ਫਰਜ਼ ਹੈ ਨਾ। ਸਾਨੂੰ ਵੀ ਸਾਡਾ ਫਰਜ਼ ਪੂਰਾ ਕਰਨ ਦਿਓ। ਹਾਂਜੀ ਵੀਰ ਜੀ, ਤੇ ਨਾਲੇ ਕਿ ਅਸੀਂ ਤਿੰਨੇ ਮਿਲ ਕੇ ਕੰਮ ਦੇ ਬੋਝ ਨੂੰ ਆਪਸ ਵਿੱਚ ਵੰਡ ਲਈਏ ਤਾਂ ਜ਼ਿੰਦਗੀ ਕਿੰਨੀ ਸੌਖੀ ਹੋ ਜਾਊਗੀ। ਨਾਲੇ ਜ਼ਰਾ ਇਹ ਵੀ ਤਾਂ ਸੋਚਿਓ, ਤੁਹਾਡੀ ਚਿੰਤਾ ਵੀ ਕਿੰਨੀ ਘੱਟ ਹੋ ਜਾਊਗੀ ਤੇ ਨਾਲੇ ਘਰ ਦਾ ਮਾਹੌਲ ਵੀ ਕਿੰਨਾ ਖੁਸ਼ਹਾਲ ਹੋ ਜਾਊਗਾ। ਜ਼ਰਾ ਸੋਚੋ ਵੀਰ ਜੀ, ਘਰ ਵਿੱਚ ਸਾਰੇ ਪਹਿਲਾਂ ਦੀ ਤਰ੍ਹਾਂ ਖੁਸ਼ ਰਵਾਂਗੇ। ਇਸ ਗੁੱਸੇ ਨਾਲ ਅਜੇ ਤੱਕ ਕਿਸੇ ਦਾ ਭਲਾ ਨਹੀਂ ਹੋਇਆ। ਸਾਡਾ ਪਰਿਵਾਰ ਤਾਂ ਹਾਸਾ ਨੂੰ ਤਰਸ ਗਿਆ ਹੈ। ਤੁਸੀਂ ਦੋਵੇਂ ਇੰਨੇ ਵੱਡੇ ਕਦੋਂ ਹੋ ਗਏ, ਮੈਨੂੰ ਪਤਾ ਹੀ ਨਹੀਂ ਚੱਲਿਆ। ਬਾਊ ਜੀ ਬਿਲਕੁਲ ਠੀਕ ਕਹਿੰਦੇ ਨੇ। ਜਦੋਂ ਘਰ ਦੇ ਛੋਟਿਆਂ ਨੂੰ ਆਪਣੇ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਜਾਵੇ ਤਾਂ ਉਹ ਵੱਡੇ ਹੋ ਜਾਂਦੇ ਨੇ। ਮੈਂ ਤੁਹਾਡੇ ਦੋਵਾਂ ਤੋਂ ਮਾਫੀ ਮੰਗਦਾ। ਮੈਨੂੰ ਇਹ ਗਲਤੀ ਸਮਝਣ 'ਚ ਥੋੜੀ ਦੇਰ ਲੱਗ ਗਈ। ਤਿੰਨੋਂ ਹੀ ਭਰਾ ਆਪਸ ਵਿੱਚ ਗਲੇ ਮਿਲਦੇ ਨੇ। 4 ਘੰਟਿਆਂ ਦੇ ਬਾਅਦ ਤਿੰਨੋਂ ਹੀ ਭਰਾ ਇੱਕ ਚਿੱਠੀ ਲਿਖ ਕੇ ਦਰਵਾਜ਼ੇ ਦੇ ਹੇਠੋਂ ਬਾਹਰ ਸੱਟਦੇ ਨੇ ਤੇ ਵੱਡੀ ਬਹੂ ਉਹਨੂੰ ਪੜ੍ਹਦੀ ਹੈ। ਅਸੀਂ ਤਿੰਨਾਂ ਭਰਾਵਾਂ ਨੇ ਆਪਸ 'ਚ ਗੱਲ ਕਰ ਲਈ ਹੈ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਹੁਣ ਅਸੀਂ ਝਗੜਾ ਨਹੀਂ ਕਰਾਂਗੇ। ਅਸੀਂ ਤਿੰਨਾਂ ਨੇ ਦਸਤਖਤ ਵੀ ਕੀਤੇ ਨੇ। ਰਾਧਾ ਦਰਵਾਜ਼ਾ ਖੋਲ ਦਿੰਦੀ ਹੈ। ਤਿੰਨੋਂ ਹੀ ਜੋੜੀਆਂ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋ ਜਾਂਦੀਆਂ ਨੇ ਤੇ ਇੱਕੋ ਨਾਲ ਪੌੜੀਆਂ ਉਤਰ ਕੇ ਹੇਠਾਂ ਆ ਜਾਂਦੀਆਂ ਨੇ। ਸਾਰਿਆਂ ਨੂੰ ਇੱਕੋ ਹੀ ਨਾਲ ਤੇ ਖੁਸ਼ ਵੇਖ ਕੇ, ਜੇ ਸਾਡੀ ਨੂੰਹਾਂ ਪੜ੍ਹੀ ਲਿਖੀਆਂ ਤੇ ਇੰਨੀ ਸੰਸਕਾਰੀ ਨਹੀਂ ਹੁੰਦੀਆਂ ਤੇ ਇਹ ਚਮਤਕਾਰ ਮੁਸ਼ਕਿਲ ਸੀ। ਹਾਂ, ਬਿਲਕੁਲ ਸਹੀ ਕਿਹਾ ਤੁਸੀਂ। ਪਰਿਵਾਰ ਨੂੰ ਇੱਕ ਦੂਸਰੇ ਨਾਲ ਜੋੜੀ ਰੱਖਣ ਵਿੱਚ ਇੱਕ ਪਤਨੀ ਦਾ ਬੜਾ ਵੱਡਾ ਹੱਥ ਹੁੰਦਾ ਹੈ। ਤਿੰਨੋਂ ਹੀ ਵਿਆਹੀ ਜੋੜੇ ਆਪਣੇ ਮਾਂ-ਪਿਓ ਦੇ ਪੈਰੀ ਹੱਥ ਲਾ ਕੇ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਨੇ। ਆਪਸੀ ਗੁੱਸਾ ਨਾਰਾਜ਼ਗੀ ਦੂਰ ਹੁੰਦਿਆਂ ਹੀ ਪੂਰਾ ਪਰਿਵਾਰ ਖੁਸ਼ਹਾਲ ਹੋ ਗਿਆ ਹੈ ਤੇ ਇਕਜੁੱਟ ਹੋ ਕੇ ਰਹਿਣ ਲੱਗਿਆ ਹੈ। ਹੁਣ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਨੇ ਤੇ ਉਹਨਾਂ ਵਿੱਚੋਂ ਕੋਈ ਵੀ ਝਗੜੇ ਵੀ ਨਹੀਂ ਹੁੰਦੇ।